ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਟਰੂਡੋ ਦੀ ਨਵੀਂ ਕੈਬਨਿਟ ਨੇ ਚੁੱਕੀ ਸਹੁੰ, ਹਰਜੀਤ ਸੱਜਣ ਦਾ ਬਦਲਿਆ ਵਿਭਾਗ। ਨਵੀਂ ਕੈਬਨਿਟ ਦੇ ਬਾਰੇ ਜਗਮੀਤ ਸਿੰਘ ਦੀ ਟਿੱਪਣੀ, ਓ2 ਨੇ ਵੀ ਕੀਤੀ ਕੈਬਨਿਟ ਦੀ ਆਲੋਚਨਾ। ਏਅਰ ਕੈਨੇਡਾ ਨੇ ਚੁੱਕਿਆ ਵੱਡਾ ਕਦਮ, ਯਾਤਰੀਆਂ ਨੂੰ ਮਿਲੇਗੀ ਇਸ ਦੇ ਨਾਲ ਰਾਹਤ। ਗੁਰਦੁਆਰਾ ਸਾਹਿਬ ਦੇ ਰਸਤੇ ਤੇ ਲਿਖੀਆਂ ਨਫ਼ਰਤੀ ਟਿੱਪਣੀਆਂ, ਰਸਤੇ ਵਿੱਚ ਦਸਤਾਰ ਬਾਰੇ ਲਿਖੀਆਂ ਗਲਤ ਟਿੱਪਣੀਆਂ। ਕੈਨੇਡਾ ਦੀ ਪੁਲਿਸ ਨੇ ਕੀਤਾ ਪੰਜਾਬੀਆਂ ਦਾ ਸਨਮਾਨ, ਦਸਤਾਰ ਦੇ ਨਾਲ ਬਚਾਈ ਸੀ 2 ਜਾਣਿਆਂ ਦੀ ਜਾਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਦੇ ਵੱਲੋਂ ਅੱਜ ਸਹੁੰ ਚੁੱਕੀ ਗਈ ਹੈ। ਜਸਟਿਨ ਟਰੂਡੋ ਦੀ ਕੈਬਨਿਟ ਦਾ ਗਠਨ ਹੋ ਗਿਆ ਹੈ, ਜਿਸ ਦੇ ਵਿੱਚ ਕਈ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਨੇ ਤੇ ਕਈਆਂ ਦੇ ਅਹੁਦੇ ਬਦਲੇ ਗਏ ਨੇ। ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਅਹੁਦੇ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਹੈ, ਦੱਸਾਂਗੇ ਇਸ ਖਬਰ ਦੇ ਵਿੱਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ਦਾ ਗਠਨ ਹੋ ਗਿਆ। ਇਸ ਵਾਰ ਕੈਬਨਿਟ ਦੇ ਵਿੱਚ ਕਈ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈਆਂ ਦੇ ਅਹੁਦਿਆਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ। ਔਕਵਿਲ ਤੋਂ ਮੈਂਬਰ ਪਾਰਲੀਮੈਂਟ ਅਨੀਤਾ ਆਨੰਦ ਦਾ ਅਹੁਦਾ ਬਦਲਿਆ ਗਿਆ ਹੈ। ਉਨ੍ਹਾਂ ਨੂੰ ਹੁਣ ਕੈਨੇਡਾ ਦੀ ਰੱਖਿਆ ਮੰਤਰੀ ਬਣਾਇਆ ਗਿਆ। ਇੱਥੇ ਦੱਸਣਯੋਗ ਹੈ ਕਿ 1993 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਸੇ ਔਰਤ ਨੂੰ ਇਸ ਅਹੁਦੇ ਦੇ ਉੱਪਰ ਲਗਾਇਆ ਗਿਆ ਹੋਵੇ। ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਅਹੁਦਾ ਬਦਲ ਕੇ ਉਨ੍ਹਾਂ ਨੂੰ ਮਿਨਿਸਟਰ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਲੈਨੀ ਜੋਲੀ ਨੂੰ ਪ੍ਰਮੋਟ ਕਰਕੇ ਕੈਨੇਡਾ ਦੀ ਨਵੀਂ ਫੋਰਨ ਅਫੇਅਰਸ ਮਿਨਿਸਟਰ ਬਣਾਇਆ ਗਿਆ। ਕ੍ਰਿਸਟੀਆ ਫਰੀਲੈਂਡ ਆਪਣੇ ਪੁਰਾਣੇ ਅਹੁਦੇ ਦੇ ਉੱਪਰ ਹੀ ਬਰਕਰਾਰ ਰਹਿਣਗੇ, ਜਿਸ ਦਾ ਮਤਲਬ ਹੈ ਕਿ ਉਹ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਾਰਕੋ ਮੈਡੀਚੀਨੋ ਨੂੰ ਹੁਣ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਮਿਨਿਸਟਰ ਆਫ ਪਬਲਿਕ ਸੇਫਟੀ ਬਣਾਇਆ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਅਹੁਦੇ ਦੇ ਉੱਪਰ ਸੀਨ ਫਰੇਜ਼ਰ ਨੂੰ ਲਗਾਇਆ ਗਿਆ ਹੈ। ਸੀਨ ਫਰੇਜ਼ਰ ਹੁਣ ਕੈਨੇਡਾ ਦੇ ਵਿੱਚ ਮਿਨਿਸਟਰ ਆਫ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਰਹਿਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਨਵੀਂ ਕੈਬਨਿਟ ਦੇ ਵਿੱਚ ਕੁਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਚਿਹਰਾ ਹੈ ਕਮਲ ਖੈਰਾ ਦਾ, ਜਿਨ੍ਹਾਂ ਨੂੰ ਮਿਨਿਸਟਰ ਆਫ ਸੀਨੀਅਰਜ਼ ਬਣਾਇਆ ਗਿਆ। ਸਾਬਕਾ ਹੈਲਥ ਮਿਨਿਸਟਰ ਪੈਟੀ ਨੂੰ ਮਿਨਿਸਟਰ ਆਫ ਇੰਡੀਜੀਅਸ ਸਰਵਿਸਿਜ਼ ਅਤੇ ਨਾਰਦਰਨ ਓਨਟਾਰੀਓ ਦੇ ਵਿੱਚ ਫੈਡਰਲ ਡਿਵੈਲਪਮੈਂਟ ਏਜੰਸੀ ਵਾਸਤੇ ਨਿਯੁਕਤ ਮਿਨਿਸਟਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵੀਂ ਕੈਬਨਿਟ ਦੇ ਵਿੱਚ ਕੁਝ ਨਵੇਂ ਵਿਭਾਗ ਵੀ ਸ਼ਾਮਿਲ ਕੀਤੇ ਗਏ ਹਨ ਅਤੇ ਕੁਝ ਦਾ ਨਾਮ ਬਦਲਿਆ ਗਿਆ ਹੈ। ਮੂਲ ਨਿਵਾਸੀ ਮਾਮਲਿਆਂ ਦੀ ਮਿਨਿਸਟਰ ਕੈਰੋਲਿਨ ਬੈਨਟ ਨੂੰ ਮਿਨਿਸਟਰ ਆਫ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਐਂਡ ਐਸੋਸੀਏਟ ਮਿਨਿਸਟਰ ਆਫ ਹੈਲਥ ਦਾ ਅਹੁਦਾ ਸੌਂਪਿਆ ਗਿਆ ਹੈ। ਸਾਬਕਾ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਨੂੰ ਵੀ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਅਹਿਮਦ ਹੁਸੈਨ ਮਿਨਿਸਟਰ ਆਫ ਹਾਊਸਿੰਗ ਐਂਡ ਡਾਇਵਰਸਿਟੀ ਐਂਡ ਇਨਕਲੂਜਨ ਦੇ ਅਹੁਦੇ ਦੇ ਉੱਪਰ ਰਹਿਣਗੇ। ਉਮਰ ਅਲ ਗਬਰਾ ਆਪਣੇ ਪੁਰਾਣੇ ਅਹੁਦੇ ਦੇ ਉੱਪਰ ਹੀ ਬਰਕਰਾਰ ਰਹਿਣਗੇ, ਜਿਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਟਰਾਂਸਪੋਰਟ ਮਿਨਿਸਟਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਦੇ ਵੱਲੋਂ ਸਹੁੰ ਚੁੱਕੀ ਗਈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਲੀਡਰਸ ਦੇ ਵੱਲੋਂ ਇਸ ਕੈਬਨਿਟ ਨੂੰ ਕ੍ਰਿਟਿਸਾਈਜ਼ ਕੀਤਾ ਗਿਆ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨ ਓਟੂਲ ਅਤੇ ਜਗਮੀਤ ਸਿੰਘ ਵੱਲੋਂ ਨਵੀਂ ਬਣਾਈ ਗਈ ਕੈਬਨਿਟ ਦੀ ਆਲੋਚਨਾ ਕੀਤੀ ਗਈ ਹੈ। ਦੋਹਾਂ ਲੀਡਰਸ ਦੇ ਵੱਲੋਂ ਕੀ ਟਿੱਪਣੀ ਕੀਤੀ ਗਈ, ਦੱਸਾਂਗੇ ਇਸ ਖਬਰ ਦੇ ਵਿੱਚ। ਵਿਰੋਧੀ ਪਾਰਟੀਆਂ ਦੇ ਲੀਡਰਸ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਵੀਂ ਕੈਬਨਿਟ ਦੇ ਬਾਰੇ ਆਪਣੇ ਵਿਚਾਰ ਦੱਸੇ ਗਏ। ਇਨ੍ਹਾਂ ਲੀਡਰਸ ਦੇ ਵੱਲੋਂ ਨਵੀਂ ਕੈਬਨਿਟ ਨੂੰ ਕ੍ਰਿਟਿਸਾਈਜ਼ ਕੀਤਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨ ਓਟੂਲ ਵੱਲੋਂ ਪ੍ਰਧਾਨ ਮੰਤਰੀ ਦੀ ਇਸ ਨਵੀਂ ਕੈਬਨਿਟ ਦੇ ਉੱਪਰ ਤਿੱਖੀ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਬਨਿਟ ਦੇ ਵਿੱਚ ਕੁਝ ਅਜਿਹੇ ਚਿਹਰੇ ਵੀ ਸ਼ਾਮਿਲ ਕੀਤੇ ਗਏ ਜਿਨ੍ਹਾਂ ਨੂੰ ਬਿਲਕੁਲ ਹੀ ਤਜਰਬਾ ਨਹੀਂ ਹੈ। ਇਨ੍ਹਾਂ ਨੂੰ ਉਨ੍ਹਾਂ ਵੱਲੋਂ ਇਕਨੋਮਿਕ ਰਿਕਵਰੀ ਦੇ ਵਾਸਤੇ ਖਤਰਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਉਨ੍ਹਾਂ ਵੱਲੋਂ ਕੈਰੋਲਿਨ ਬੈਨਟ ਅਤੇ ਮਾਰਕ ਮਿਲਰ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰਨ ਸੰਬੰਧੀ ਆਲੋਚਨਾ ਕੀਤੀ ਗਈ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਇਹ ਕਿਹਾ ਗਿਆ ਕਿ ਪਾਰਲੀਮੈਂਟ ਦੇ ਅਗਲੇ ਸੈਸ਼ਨ ਦੌਰਾਨ ਪੇਡ ਸਿਕ ਲੀਵ ਲਾਗੂ ਕਰਨਾ, ਹੈਲਥ ਕੇਅਰ ਫੰਡਿੰਗ ਵਧਾਉਣਾ, ਨੈਸ਼ਨਲ ਚਾਈਲਡ ਕੇਅਰ ਅਤੇ ਫਾਰਮਾ ਕੇਅਰ ਪਲਾਨ ਲਿਆਉਣਾ, ਇਹ ਮੁੱਖ ਚੀਜ਼ਾਂ ਦੇ ਉੱਪਰ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਨਵੀਂ ਕੈਬਨਿਟ ਸੰਬੰਧੀ ਆਪਣੀ ਫਿਕਰ ਜ਼ਾਹਰ ਕਰਦਿਆਂ ਕਿਹਾ ਗਿਆ ਕਿ ਜਿਹੜੇ ਪਹਿਲ ਦੇ ਆਧਾਰ ਦੇ ਉੱਪਰ ਹੱਲ ਕੀਤੇ ਜਾਣ ਵਾਲੇ ਮੁੱਦੇ ਨੇ, ਉਨ੍ਹਾਂ ਸੰਬੰਧੀ ਇਹ ਕੈਬਨਿਟ ਅਸਫਲ ਰਹੇਗੀ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਮੰਤਰਾਲਾ ਬਦਲਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਆਉਂਦਾ। ਇਸ ਸਮੇਂ ਜ਼ਰੂਰਤ ਹੈ ਕਿ ਇੰਡੀਜੀਅਸ ਕਮਿਊਨਿਟੀ ਦੇ ਮਾਮਲਿਆਂ ਸੰਬੰਧੀ ਕੁਝ ਖਾਸ ਕਦਮ ਚੁੱਕੇ ਜਾਣ। ਦੱਸਣਯੋਗ ਹੈ ਕਿ 20 ਸਤੰਬਰ ਨੂੰ ਕੈਨੇਡਾ ਦੇ ਵਿੱਚ ਜੋ ਫੈਡਰਲ ਚੋਣਾਂ ਹੋਈਆਂ, ਇਸ ਤੋਂ ਬਾਅਦ ਅੱਜ ਨਵੀਂ ਕੈਬਨਿਟ ਦੇ ਵੱਲੋਂ ਸਹੁੰ ਚੁੱਕੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ ਇਸ ਕੈਬਨਿਟ ਦੇ ਵਿੱਚ ਕਈਆਂ ਦੇ ਅਹੁਦੇ ਬਦਲੇ ਗਏ ਹਨ ਅਤੇ ਕਈ ਨਵੇਂ ਚਿਹਰੇ ਵੀ ਉਹਨਾਂ ਵੱਲੋਂ ਇਸ ਦੌਰਾਨ ਸ਼ਾਮਲ ਕੀਤੇ ਗਏ ਨੇ। ਹੁਣ ਕੈਬਨਿਟ ਦੇ ਸਹੁੰ ਚੁੱਕਣ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਲੀਡਰਸ ਦੇ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਨੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਨਵੀਂ ਕੈਬਨਿਟ ਨੂੰ ਕ੍ਰਿਟਿਸਾਈਜ਼ ਕੀਤਾ ਗਿਆ ਹੈ। ਕੈਨੇਡਾ ਦੀ 에ਅਰਲਾਈਨ 에ਅਰ ਕੈਨੇਡਾ ਵੱਲੋਂ ਯਾਤਰੀਆਂ ਦੇ ਵਾਸਤੇ ਇੱਕ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਇਹਨਾਂ ਯਾਤਰੀਆਂ ਨੂੰ ਸੈਲਫ ਟੈਸਟ ਕਰੋਨਾ ਕਿੱਟਾਂ ਦਿੱਤੀਆਂ ਜਾਣਗੀਆਂ। ਯਾਤਰੀ ਖੁਦ ਦਾ ਕਰੋਨਾ ਟੈਸਟ ਕਰ ਸਕਣਗੇ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਆਉਣ ਵਾਲੇ ਯਾਤਰੀਆਂ ਦੇ ਵਾਸਤੇ ਜ਼ਰੂਰੀ ਹੈ ਕਿ ਉਹ ਯਾਤਰਾ ਦੇ 72 ਘੰਟੇ ਦੌਰਾਨ ਦਾ ਕੋਵਿਡ-19 ਟੈਸਟ ਦਿਖਾਉਣ। ਹੁਣ 에ਅਰਲਾਈਨ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾਵੇਗਾ, ਇਸ ਦੇ ਨਾਲ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ। 에ਅਰ ਕੈਨੇਡਾ ਵੱਲੋਂ ਕਰੋਨਾ ਵਾਇਰਸ ਦੇ ਦੌਰਾਨ ਇੱਕ ਵੱਡਾ ਕਦਮ ਚੁੱਕਣ ਬਾਰੇ ਜਾਣਕਾਰੀ ਦਿੱਤੀ ਗਈ ਹੈ। 에ਅਰਲਾਈਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੁਣ ਕੋਵਿਡ-19 ਸੈਲਫ ਟੈਸਟਿੰਗ ਆਪਸ਼ਨ ਲਿਆਂਦਾ ਜਾਵੇਗਾ। ਜੀ ਹਾਂ, 에ਅਰ ਕੈਨੇਡਾ ਵੱਲੋਂ ਯਾਤਰੀਆਂ ਵਾਸਤੇ ਨਵਾਂ ਸੈਲਫ ਟੈਸਟਿੰਗ ਪ੍ਰੋਗਰਾਮ ਲਾਂਚ ਕੀਤਾ ਜਾਵੇਗਾ ਤਾਂ ਕਿ ਯਾਤਰੀਆਂ ਨੂੰ ਕਰੋਨਾ ਟੈਸਟ ਕਰਨ ਦੇ ਵਿੱਚ ਆਸਾਨੀ ਹੋ ਸਕੇ। ਇਸ 에ਅਰਲਾਈਨ ਦੇ ਰਾਹੀਂ ਯਾਤਰਾ ਕਰਨ ਵਾਲੇ ਪੈਸੇਂਜਰਸ ਦੇ ਕੋਲ ਇਹ ਵਿਕਲਪ ਹੈ ਕਿ ਉਹ ਸੈਲਫ ਐਡਮਿਨਿਸਟਰਡ ਕੋਵਿਡ-19 ਟੈਸਟ ਕਰ ਸਕਦੇ ਨੇ। ਇਹ ਯਾਤਰੀ ਕੈਨੇਡੀਅਨ ਕੰਪਨੀ ਸਵਿਚ ਹੈਲਥ ਵੱਲੋਂ ਮੁਹੱਈਆ ਕਰਵਾਇਆ ਗਿਆ ਸੈਲਫ ਟੈਸਟ ਕਰ ਸਕਦੇ ਹਨ। ਦੱਸ ਦਈਏ ਕਿ ਇਸ ਟੈਸਟ ਦੇ ਨਾਲ ਜਲਦ ਹੀ ਰਿਪੋਰਟ ਸਾਹਮਣੇ ਆ ਜਾਂਦੀ ਹੈ, ਜਿਸ ਦੇ ਵਿੱਚ ਪਤਾ ਚੱਲ ਜਾਂਦਾ ਹੈ ਕਿ ਤੁਹਾਨੂੰ ਕੋਵਿਡ ਹੈ ਜਾਂ ਫਿਰ ਨਹੀਂ। ਜੋ ਸਵਿਚ ਹੈਲਥ ਵੱਲੋਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ, ਇਹ 200 ਤੋਂ ਵੱਧ ਭਾਸ਼ਾਵਾਂ ਦੇ ਵਿੱਚ ਉਪਲਬਧ ਹਨ। ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ 에ਅਰ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਇਸ ਟੈਸਟ ਦੇ ਨਾਲ ਕੈਨੇਡਾ ਸਰਕਾਰ ਵੱਲੋਂ ਜੋ ਯਾਤਰਾ ਸੰਬੰਧੀ ਸ਼ਰਤਾਂ ਰੱਖੀਆਂ ਗਈਆਂ ਨੇ, ਉਹਨਾਂ ਨੂੰ ਪੂਰਾ ਕੀਤਾ ਜਾ ਸਕੇਗਾ। ਮੌਜੂਦਾ ਸਮੇਂ ਕੈਨੇਡਾ ਆਉਣ ਵਾਲੇ ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਵੱਲੋਂ 72 ਘੰਟੇ ਦੌਰਾਨ ਦਾ ਆਪਣਾ ਕਰੋਨਾ ਟੈਸਟ ਕਰਵਾਇਆ ਹੋਵੇ, ਜਿਸ ਦੀ ਰਿਪੋਰਟ ਕੈਨੇਡਾ ਆਉਣ ਦੇ ਉੱਪਰ ਦਿਖਾਉਣੀ ਜ਼ਰੂਰੀ ਹੈ। ਮਾਮਲਾ ਕੈਲਗਰੀ ਤੋਂ ਸਾਹਮਣੇ ਆਇਆ, ਜਿੱਥੇ ਗੁਰਦੁਆਰਾ ਸਾਹਿਬ ਵੱਲ ਜਾਣ ਵਾਲੇ ਰਸਤੇ ਦੇ ਉੱਪਰ ਕਿਸੇ ਵੱਲੋਂ ਗਲਤ ਟਿੱਪਣੀਆਂ ਲਿਖੀਆਂ ਗਈਆਂ। ਸਪਰੇ ਪੇਂਟ ਦੇ ਨਾਲ ਇਹ ਟਿੱਪਣੀਆਂ ਕਿਸੇ ਵਿਅਕਤੀ ਵੱਲੋਂ ਲਿਖੀਆਂ ਗਈਆਂ, ਜਿਸ ਦੇ ਵਿੱਚ ਦਸਤਾਰ ਬਾਰੇ ਗਲਤ ਲਿਖਿਆ ਗਿਆ ਹੈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ। ਨਾਲ ਹੀ ਕਈ ਮੈਂਬਰ ਪਾਰਲੀਮੈਂਟ ਵੀ ਇਸ ਮੁੱਦੇ ਨੂੰ ਚੁੱਕ ਰਹੇ ਹਨ। ਕੈਲਗਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਗੁਰਦੁਆਰੇ ਨੂੰ ਜਾਣ ਵਾਲੇ ਰਾਹ ਦੇ ਉੱਪਰ ਕੁਝ ਨਫ਼ਰਤੀ ਟਿੱਪਣੀਆਂ ਲਿਖੀਆਂ ਗਈਆਂ। ਗੁਰਦੁਆਰਾ ਸਾਹਿਬ ਵੱਲ ਜਾਣ ਵਾਲੇ ਰਸਤੇ ਦੇ ਉੱਪਰ ਕਿਸੇ ਵੱਲੋਂ ਸਪਰੇ ਪੇਂਟ ਦੇ ਨਾਲ ਦਸਤਾਰ ਸੰਬੰਧੀ ਟਿੱਪਣੀਆਂ ਲਿਖੀਆਂ ਗਈਆਂ ਨੇ। ਇਸ ਘਟਨਾ ਸੰਬੰਧੀ ਕੈਲਗਰੀ ਪੁਲਿਸ ਸਰਵਿਸਿਜ਼ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਕੈਲਗਰੀ ਪੁਲਿਸ ਸਰਵਿਸਿਜ਼ ਦੇ ਵੱਲੋਂ ਇਸ ਬਾਰੇ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਅਜੇ ਇਸ ਸੰਬੰਧੀ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਨ। ਦੱਸ ਦਈਏ ਕਿ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ ਅਤੇ ਟਿਮ ਉਪਲ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ। ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਇਸ ਮਾਮਲੇ ਦੀ ਨਿੰਦਾ ਕੀਤੀ ਗਈ ਹੈ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਕੈਲਗਰੀ ਦੇ ਵਿੱਚ ਚੁਣੀ ਗਈ ਪੰਜਾਬੀ ਮੂਲ ਦੀ ਮੇਅਰ ਜੋਤੀ ਵੱਲੋਂ ਵੀ ਇਸ ਮਾਮਲੇ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ। ਉਹਨਾਂ ਵੱਲੋਂ ਇਸ ਨੂੰ ਬੇਹੱਦ ਦੁਖਦਾਈ ਘਟਨਾ ਦੱਸਿਆ ਗਿਆ ਹੈ। ਜੋਤੀ ਦਾ ਕਹਿਣਾ ਹੈ ਕਿ ਇਸ ਸ਼ਹਿਰ ਦੇ ਵਿੱਚ ਨਫ਼ਰਤ ਦੀ ਕੋਈ ਵੀ ਥਾਂ ਨਹੀਂ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਐਡਮਿੰਟਨ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਾਹਿਬ ਦੇ ਵਿੱਚ ਧਮਕੀਆਂ ਵਾਲੇ ਫੋਨ ਕੀਤੇ ਜਾ ਰਹੇ ਸਨ। ਇਸ ਮਾਮਲੇ ਸੰਬੰਧੀ ਵੀ ਸੰਗਤ ਕਾਫੀ ਜ਼ਿਆਦਾ ਪਰੇਸ਼ਾਨ ਸੀ ਤੇ ਹੁਣ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੰਜਾਬੀ ਭਾਈਚਾਰੇ ਵੱਲੋਂ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਨਿੰਦਾ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 2 ਵਿਅਕਤੀਆਂ ਦੀ ਜਾਨ ਕੁਝ ਪੰਜਾਬੀਆਂ ਵੱਲੋਂ ਬਚਾਈ ਗਈ ਸੀ। ਇਹਨਾਂ ਪੰਜਾਬੀਆਂ ਵੱਲੋਂ ਦਸਤਾਰ ਅਤੇ ਜੈਕਟਾਂ ਦੇ ਨਾਲ 2 ਜਾਣਿਆਂ ਦੀ ਜਾਨ ਬਚਾਈ ਗਈ, ਜਿਸ ਤੋਂ ਬਾਅਦ ਹੁਣ ਆਰਸੀਐਮਪੀ ਵੱਲੋਂ ਇਹਨਾਂ ਪੰਜਾਬੀਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੀ ਪੁਲਿਸ ਵੱਲੋਂ ਪੰਜਾਬੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਜੀ ਹਾਂ, ਪੰਜਾਬੀਆਂ ਨੂੰ 2 ਵਿਅਕਤੀਆਂ ਦੀ ਜਾਨ ਬਚਾਉਣ ਸੰਬੰਧੀ ਕੈਨੇਡਾ ਦੇ ਵਿੱਚ ਵਿਸ਼ੇਸ਼ ਸਨਮਾਨ ਮਿਲਿਆ ਹੈ। ਦਰਅਸਲ ਜੋ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਤੋਂ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕੁਝ ਪੰਜਾਬੀਆਂ ਵੱਲੋਂ ਆਪਣੀ ਦਸਤਾਰ ਅਤੇ ਜੈਕਟਾਂ ਦੀ ਮਦਦ ਦੇ ਨਾਲ 2 ਜਾਣਿਆਂ ਦੀ ਜਾਨ ਬਚਾਈ ਗਈ, ਉਸ ਸੰਬੰਧੀ ਆਰਸੀਐਮਪੀ ਵੱਲੋਂ ਇਹਨਾਂ ਪੰਜਾਬੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਇਨ੍ਹਾਂ ਪੰਜਾਬੀਆਂ ਦੇ ਨਾਮ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਜੀਤ ਸਿੰਘ, ਕੁਲਿੰਦਰ ਸਿੰਘ ਅਤੇ ਅਜੇ ਕੁਮਾਰ ਹੈ। RCMP ਵੱਲੋਂ ਇਨ੍ਹਾਂ ਨੂੰ ਸਰਟੀਫਿਕੇਟ ਅਤੇ ਇੱਕ ਯੂਨੀਕ ਟੋਕਨ ਦਿੱਤਾ ਗਿਆ ਕਿਉਂਕਿ ਇਨ੍ਹਾਂ ਵੱਲੋਂ ਥੈਂਕਸਗਿਵਿੰਗ ਦੇ ਵੀਕਐਂਡ ਦੌਰਾਨ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ 2 ਜਾਣਿਆਂ ਦੀ ਜਾਨ ਬਚਾਈ ਗਈ ਸੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਅਕਤੂਬਰ 11 ਨੂੰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਜਾਣੇ ਲੋਅਰ ਫਾਲਸ ਦੇ ਵਿੱਚ ਡਿੱਗ ਗਏ। ਇਸ ਬਾਰੇ RCMP ਅਤੇ ਰਿਜ ਮੈਡੋਜ਼ ਰੈਸਕਿਊ ਨੂੰ ਜਾਣਕਾਰੀ ਮਿਲੀ ਸੀ। ਜਦੋਂ ਤੱਕ ਘਟਨਾ ਵਾਲੀ ਥਾਂ ਦੇ ਉੱਪਰ ਰੈਸਕਿਊ ਟੀਮ ਆਉਂਦੀ, ਉਸ ਤੋਂ ਪਹਿਲਾਂ 5 ਜਾਣਿਆਂ ਵੱਲੋਂ ਜਿਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਦੱਸੀ ਗਈ, ਉਹਨਾਂ ਵੱਲੋਂ ਆਪਣੀ ਦਸਤਾਰ ਅਤੇ ਜੈਕਟਾਂ ਦੇ ਸਹਾਰੇ 2 ਜਾਣਿਆਂ ਦੀ ਜਾਨ ਬਚਾਈ ਗਈ। ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਇਹਨਾਂ ਦੀ ਤਾਰੀਫ ਕੀਤੀ ਗਈ ਸੀ ਤੇ ਹੁਣ RCMP ਵੱਲੋਂ ਇਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। 5 young men standing here today who on October the 11th worked collaboratively to save 2 men in their 20s who were stranded in the lower falls at Golden Years Park, Maple Ridge. The 2 young men were in danger of drowning prior to the arrival of emergency services. These 5 young men pictured here today, that's Kuljinder, Arvinjeet, Ajay, Gurpreet, and Gagandeep, tied their turbans and jackets together to make a long rope and pulled the stranded young men to safety. Your quick thinking and your heroic actions undoubtedly saved the lives of the 2 young men out at Golden Years Park. Kuljinder, Arvinjeet, Ajay, Gurpreet, and Gagandeep, on behalf of the Ridge Meadows RCMP and the communities of Maple Ridge and Pet Meadows, we sincerely thank you, and we are honored to present to you the Community Leader Awards and a challenge point in recognition for your bravery and your heroic actions. ਬ੍ਰਿਟਿਸ਼ ਕੋਲੰਬੀਆ ਵੱਲੋਂ ਹੈਲਥ ਕੇਅਰ ਵਰਕਰਸ ਦੇ ਵਾਸਤੇ ਜੋ ਵੈਕਸੀਨੇਸ਼ਨ ਦਾ ਐਲਾਨ ਕੀਤਾ ਗਿਆ ਸੀ, ਉਸ ਦੀ ਆਖਰੀ ਤਾਰੀਖ ਹੈ, ਜਿਸ ਤੋਂ ਪਹਿਲਾਂ ਇਨ੍ਹਾਂ ਹੈਲਥ ਕੇਅਰ ਵਰਕਰਸ ਦੇ ਵਾਸਤੇ ਜ਼ਰੂਰੀ ਸੀ ਕਿ ਉਹ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ 1 ਡੋਜ਼ ਹਾਸਲ ਕਰ ਲੈਣ। ਅਜਿਹੇ ਦੇ ਵਿੱਚ ਕੁਝ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਵੱਲੋਂ ਅਜੇ ਤੱਕ ਟੀਕਾ ਨਹੀਂ ਲਗਵਾਇਆ ਗਿਆ, ਜਿਸ ਬਾਰੇ ਪ੍ਰੋਵਿੰਸ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਉਹਨਾਂ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਵੱਲੋਂ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਐਲਾਨ ਕਰਦਿਆਂ ਕਿਹਾ ਗਿਆ ਕਿ ਸਾਰੇ ਹੈਲਥ ਕੇਅਰ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕਰਨੇ ਜ਼ਰੂਰੀ ਹੋਣਗੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਵੈਕਸੀਨੇਸ਼ਨ ਦੀ ਇਹ ਜੋ ਨਵੀਂ ਨੀਤੀ ਲਿਆਂਦੀ ਗਈ, ਇਸ ਦੀ ਡੈਡਲਾਈਨ 15 ਨਵੰਬਰ ਹੈ, ਜਿਸ ਦਾ ਮਤਲਬ ਹੈ ਕਿ 15 ਨਵੰਬਰ ਤੋਂ ਪਹਿਲਾਂ तमाम ਹੈਲਥ ਕੇਅਰ ਵਰਕਰਸ ਦੇ ਵਾਸਤੇ ਜ਼ਰੂਰੀ ਹੈ ਕਿ ਉਹ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ 1 ਡੋਜ਼ ਹਾਸਲ ਕਰ ਲੈਣ। ਸੂਬੇ ਵੱਲੋਂ ਵੈਕਸੀਨ ਦੇ ਨਾਲ ਜੁੜਿਆ ਹੋਇਆ ਜੋ ਆਰਡਰ ਲਿਆਂਦਾ ਗਿਆ, ਇਸ ਵਿੱਚ ਡਾਕਟਰ, ਨਰਸ, ਸਟੂਡੈਂਟ, ਰੈਜ਼ੀਡੈਂਟ, ਕੰਟਰੈਕਟਰ, ਵਾਲੰਟੀਅਰ ਅਤੇ तमाम ਹੈਲਥ ਕੇਅਰ ਪ੍ਰੋਫੈਸ਼ਨਲਸ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਭ ਦੇ ਵਾਸਤੇ ਜ਼ਰੂਰੀ ਹੈ ਕਿ ਉਹ ਨਵੰਬਰ 15 ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ 1 ਖੁਰਾਕ ਹਾਸਲ ਕਰ ਲੈਣ। ਇਸ ਬਾਰੇ ਸੂਬੇ ਦੇ ਪ੍ਰੀਮੀਅਰ ਜੌਨ ਹੌਰਗਨ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਹੈਲਥ ਕੇਅਰ ਵਰਕਰਸ ਜਲਦ ਕੋਵਿਡ-19 ਵੈਕਸੀਨ ਹਾਸਲ ਕਰ ਲੈਣਗੇ। ਜਿਹੜੇ ਹੈਲਥ ਕੇਅਰ ਵਰਕਰਸ ਇਸ ਦੀ ਪਾਲਣਾ ਨਹੀਂ ਕਰਨਗੇ, ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਇਸ ਨੀਤੀ ਦੇ ਮੁਤਾਬਕ ਨਵੰਬਰ 15 ਤੋਂ ਪਹਿਲਾਂ ਵਰਕਰਸ ਦੇ ਵਾਸਤੇ ਕਰੋਨਾ ਵੈਕਸੀਨ ਦਾ 1 ਸ਼ਾਟ ਹਾਸਲ ਕਰਨਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹ ਆਪਣਾ ਕੰਮ ਅੱਗੇ ਜਾਰੀ ਰੱਖ ਸਕਣਗੇ, ਪਰ ਇਸ ਦੌਰਾਨ ਉਹਨਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ ਪ੍ਰੋਫੈਸ਼ਨਲ ਪ੍ਰੋਟੈਕਟਿਵ ਇਕਵਿਪਮੈਂਟ ਪਹਿਨ ਕੇ ਹੀ ਆਪਣਾ ਕੰਮ ਜਾਰੀ ਰੱਖਣ। ਇਨ੍ਹਾਂ ਵਰਕਰਸ ਦੇ ਲਈ ਅਜਿਹਾ ਕਰਨਾ ਉਦੋਂ ਤੱਕ ਜ਼ਰੂਰੀ ਹੋਵੇਗਾ ਜਦੋਂ ਤੱਕ ਉਹਨਾਂ ਨੂੰ ਕੋਵਿਡ-19 ਵੈਕਸੀਨ ਦਾ ਦੂਸਰਾ ਸ਼ਾਟ ਨਹੀਂ ਲੱਗ ਜਾਂਦਾ। ਇਸ ਦੇ ਨਾਲ ਹੀ ਦੱਸ ਦਈਏ ਕਿ ਹੈਲਥ ਮਿਨਿਸਟਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬ੍ਰਿਟਿਸ਼ ਕੋਲੰਬੀਆ ਹੈਲਥ ਕੇਅਰ ਵਰਕਰਸ ਦੇ ਵਿੱਚ 94% ਵਰਕਰਸ ਅਜਿਹੇ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾਏ ਗਏ ਨੇ। ਸਿਰਫ 3% ਵਰਕਰਸ ਦੀ ਹੀ ਅਜਿਹੀ ਗਿਣਤੀ ਹੈ ਜਿਨ੍ਹਾਂ ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਦਾ ਦੂਸਰਾ ਸ਼ਾਟ ਨਹੀਂ ਲਗਵਾਇਆ ਗਿਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਵਰਕਰਸ ਰਹਿੰਦੇ ਨੇ ਉਹ ਵੀ ਜਲਦ ਕੋਵਿਡ-19 ਵੈਕਸੀਨ ਹਾਸਲ ਕਰ ਲੈਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਅੱਗੇ ਕੰਮ ਕਰਨ ਨਹੀਂ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਇਲਾਵਾ ਬਾਕੀ ਪ੍ਰੋਵਿੰਸਸ ਦੇ ਵੱਲੋਂ ਵੀ ਵੈਕਸੀਨੇਸ਼ਨ ਦੇ ਨਾਲ ਜੁੜੇ ਹੋਏ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ। ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ ਦੇ ਉੱਪਰ ਸਨੋ ਪੈਣ ਵਾਲੀ ਹੈ, ਇਸ ਦੀ ਜਾਣਕਾਰੀ ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸੀ ਗਈ ਹੈ।
ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਕਦੋਂ ਤੇ ਕਿੰਨੀ ਸਨੋ ਪੈ ਸਕਦੀ ਹੈ। ਨਾਲ ਹੀ ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹਨਾਂ ਨੂੰ ਅਜਿਹੇ ਮੌਸਮ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਕੋਕੋਹਾਲਾ ਹਾਈਵੇ ਦੇ ਵਾਸਤੇ ਮੌਸਮ ਦੇ ਨਾਲ ਸੰਬੰਧਿਤ ਚੇਤਾਵਨੀ ਜਾਰੀ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਇਸ ਹਾਈਵੇ ਦੇ ਉੱਪਰ 20 ਸੈਂਟੀਮੀਟਰ ਤੋਂ ਵੱਧ ਸਨੋ ਪੈ ਸਕਦੀ ਹੈ। ਇਸ ਦੀ ਜਾਣਕਾਰੀ ਇਨਵਾਇਰਨਮੈਂਟ ਕੈਨੇਡਾ ਦੇ ਵੱਲੋਂ ਇੱਕ ਸਟੇਟਮੈਂਟ ਦੇ ਵਿੱਚ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਦੋਂ ਇਸ ਹਾਈਵੇ ਦੇ ਉੱਪਰ ਕਿੰਨੀ ਸਨੋ ਪੈਣ ਦੀ ਸੰਭਾਵਨਾ ਹੈ। ਜੋ ਇਨਫੋਰਮੇਸ਼ਨ ਇਨਵਾਇਰਨਮੈਂਟ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ, ਉਸ ਮੁਤਾਬਕ ਇਸ ਹਾਈਵੇ ਦੇ ਉੱਪਰ ਮੰਗਲਵਾਰ ਦੀ ਰਾਤ ਅਤੇ ਬੁੱਧਵਾਰ ਦੀ ਸ਼ਾਮ ਨੂੰ 10 ਤੋਂ 20 ਸੈਂਟੀਮੀਟਰ ਤੱਕ ਸਨੋ ਪੈ ਸਕਦੀ ਹੈ। ਇਸ ਦੇ ਨਾਲ ਹੀ ਇਨਵਾਇਰਨਮੈਂਟ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਖੇਤਰਾਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ। ਇਸ ਹਾਈਵੇ ਦੇ ਵੱਲ ਜਾਣ ਵਾਲੇ ਡਰਾਈਵਰਸ ਦੇ ਵਾਸਤੇ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਇਹਨਾਂ ਡਰਾਈਵਰਸ ਦੇ ਵਾਸਤੇ ਵਿੰਟਰ ਟਾਇਰ ਜ਼ਰੂਰੀ ਹੋਣਗੇ। ਇੱਥੇ ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਪਹਿਲਾਂ ਹੀ ਵਿੰਟਰ ਟਾਇਰਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਹੁਣ ਜੋ ਹਾਈਵੇ ਦੇ ਉੱਪਰ ਸਨੋ ਪੈਣ ਦੀ ਜਾਣਕਾਰੀ ਇਨਵਾਇਰਨਮੈਂਟ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ, ਇਸ ਤੋਂ ਬਾਅਦ ਡਰਾਈਵਰਸ ਨੂੰ ਵੀ ਦੱਸਿਆ ਗਿਆ ਹੈ ਕਿ ਉਹਨਾਂ ਵਾਸਤੇ ਕੀ ਕਰਨਾ ਜ਼ਰੂਰੀ ਹੋਵੇਗਾ। ਕਮਰਸ਼ੀਅਲ ਡਰਾਈਵਰਸ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਨਾਲ ਚੇਨਸ ਜ਼ਰੂਰ ਲੈ ਕੇ ਜਾਣ। ਇਸ ਦੇ ਨਾਲ ਹੀ ਬਾਕੀ ਮੌਸਮ ਦੇ ਨਾਲ ਸੰਬੰਧਿਤ ਜਾਣਕਾਰੀ ਡਰਾਈਵ ਬ੍ਰਿਟਿਸ਼ ਕੋਲੰਬੀਆ ਦੀ ਵੈਬਸਾਈਟ ਦੇ ਉੱਪਰ ਚੈੱਕ ਕੀਤੀ ਜਾ ਸਕਦੀ ਹੈ। ਕਿਊਬਿਕ ਵੱਲੋਂ ਬੜੀ ਸਖਤੀ ਦੇ ਨਾਲ ਵੈਕਸੀਨੇਸ਼ਨ ਦਾ ਹੈਲਥ ਕੇਅਰ ਵਰਕਰਸ ਦੇ ਲਈ ਐਲਾਨ ਕੀਤਾ ਗਿਆ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰੋਵਿੰਸ ਦੇ ਵੱਲੋਂ ਅੱਗੇ ਤਰੀਕ ਪਾਈ ਜਾ ਸਕਦੀ ਹੈ, ਜਾਣੀ ਕਿ ਡੈਡਲਾਈਨ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਸਮੇਂ ਪ੍ਰੋਵਿੰਸ ਦੇ ਵਿੱਚ ਪਹਿਲਾਂ ਹੀ ਹੈਲਥ ਕੇਅਰ ਵਰਕਰਸ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਵੱਧ ਗਿਣਤੀ ਲੋਕਾਂ ਨੂੰ, ਜਾਣੀ ਕਿ ਹੈਲਥ ਕੇਅਰ ਵਰਕਰਸ ਨੂੰ ਜਿਨ੍ਹਾਂ ਨੇ ਅਜੇ ਤੱਕ ਕਰੋਨਾ ਟੀਕਾ ਨਹੀਂ ਲਗਾਇਆ, ਕੱਢ ਦਿੱਤਾ ਜਾਂਦਾ ਹੈ, ਅਜਿਹੇ ਦੇ ਵਿੱਚ ਹੋਰ ਕ੍ਰਾਈਸਿਸ ਦਾ ਪ੍ਰੋਵਿੰਸ ਨੂੰ ਸਾਹਮਣਾ ਕਰਨਾ ਪਵੇਗਾ। ਕਿਊਬਿਕ ਦੇ ਵੱਲੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਨੀਤੀ ਬੜੀ ਸਖਤੀ ਦੇ ਨਾਲ ਲਿਆਂਦੀ ਗਈ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਡੈਡਲਾਈਨ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਕਿਊਬਿਕ ਦੇ ਵੱਲੋਂ ਜੋ ਹੈਲਥ ਕੇਅਰ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਸੰਬੰਧੀ ਡੈਡਲਾਈਨ ਤੈਅ ਕੀਤੀ ਗਈ ਸੀ, ਉਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਦਾ ਕਾਰਨ ਹੈ ਸੂਬੇ ਨੂੰ ਜੋ ਸਟਾਫ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਊਬਿਕ ਦੇ ਪ੍ਰੀਮੀਅਰ ਵੱਲੋਂ ਦੱਸਿਆ ਗਿਆ ਕਿ ਹੈਲਥ ਕੇਅਰ ਵਰਕਰਸ ਦੇ ਵਾਸਤੇ ਜੋ ਉਹਨਾਂ ਵੱਲੋਂ ਕੋਵਿਡ-19 ਵੈਕਸੀਨ ਦੀ ਨੀਤੀ ਲਿਆਂਦੀ ਗਈ, ਉਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ ਡੈਡਲਾਈਨ ਅਕਤੂਬਰ 15 ਦੀ ਤੈਅ ਕੀਤੀ ਗਈ ਸੀ, ਜਿਸ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਦੇ ਸ਼ਾਟਸ ਹਾਸਲ ਕਰਨਾ ਜ਼ਰੂਰੀ ਸੀ। ਇਸ ਬਾਰੇ ਪ੍ਰੋਵਿੰਸ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਹੈਲਥ ਕੇਅਰ ਵਰਕਰਸ ਡੈਡਲਾਈਨ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੇ ਸ਼ਾਟਸ ਨਹੀਂ ਲਗਵਾਉਣਗੇ, ਉਹਨਾਂ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਵੇਗਾ। ਇਹਨਾਂ ਵਰਕਰਸ ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕਰਨ ਦੀ ਗੱਲ ਕਹੀ ਜਾ ਰਹੀ ਸੀ, ਜਿਸ ਦੇ ਬਾਰੇ ਹੈਲਥ ਮਿਨਿਸਟਰ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ। ਪਰ ਜੇਕਰ ਡੈਡਲਾਈਨ ਦੇ ਮੁਤਾਬਕ ਹੈਲਥ ਕੇਅਰ ਵਰਕਰਸ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਤਾਂ ਇੱਥੇ 22,000 ਵਰਕਰਸ ਦੀ ਕਮੀ ਆ ਸਕਦੀ ਸੀ, ਜਿਸ ਦੇ ਬਾਰੇ ਐਕਸਪਰਟਸ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਸੀ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ 19,000 ਤੋਂ ਵੱਧ ਅਜਿਹੇ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਨਹੀਂ ਲਗਵਾਏ ਗਏ। ਇਹਨਾਂ ਵਿੱਚੋਂ 13,714 ਵਰਕਰਸ ਦੀ ਗਿਣਤੀ ਉਹ ਹੈ ਜਿਨ੍ਹਾਂ ਵੱਲੋਂ ਕੋਰੋਨਾ ਵੈਕਸੀਨ ਦਾ ਪਹਿਲਾ ਸ਼ਾਟ ਹਾਸਲ ਕੀਤਾ ਗਿਆ ਹੈ। ਪ੍ਰੀਮੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਪ੍ਰੋਵਿੰਸ ਦੇ ਵਿੱਚ 3% ਅਜਿਹੀਆਂ ਨਰਸਸ ਨੇ ਜਿਨ੍ਹਾਂ ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ। ਹੁਣ ਪ੍ਰੋਵਿੰਸ ਵੱਲੋਂ ਇਹਨਾਂ ਨਰਸਾਂ ਨੂੰ ਕੰਮ ਤੋਂ ਨਹੀਂ ਕੱਢਿਆ ਜਾ ਸਕਦਾ ਜਾਂ ਫਿਰ ਉਹਨਾਂ ਨੂੰ ਬਿਨਾਂ ਤਨਖਾਹ ਦੇ ਸਸਪੈਂਡ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਹਿਲਾਂ ਹੀ ਉਹਨਾਂ ਨੂੰ ਕਈ ਨਰਸਿਸ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੋਵਿੰਸ ਦੇ ਵੱਲੋਂ ਜੋ ਹੁਣ ਇਸ ਵੈਕਸੀਨੇਸ਼ਨ ਦੀ ਨੀਤੀ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ, ਇਸ ਦੇ ਮੁਤਾਬਕ ਡੈਡਲਾਈਨ ਨੂੰ ਅੱਗੇ ਵਧਾਇਆ ਜਾਵੇਗਾ, ਕਿਉਂਕਿ ਪ੍ਰੋਵਿੰਸ ਦੇ ਵਿੱਚ ਪਹਿਲਾਂ ਹੀ ਹੈਲਥ ਕੇਅਰ ਵਰਕਰਸ ਦੀ ਕਮੀ ਨਜ਼ਰ ਆ ਰਹੀ ਹੈ। ਟੋਰਾਂਟੋ ਦੇ ਸਕੂਲਾਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਵਿਦਿਆਰਥੀਆਂ ਨੂੰ ਕੋਰੋਨਾ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਵਿਦਿਆਰਥੀ ਖੁਦ ਦਾ ਕੋਰੋਨਾ ਟੈਸਟ ਕਰ ਸਕਣਗੇ। ਇਹ ਉਪਰਾਲਾ ਜਿਹੜਾ ਹੈ ਸਕੂਲਾਂ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਜਾ ਰਿਹਾ ਹੈ। ਟੋਰਾਂਟੋ ਦੇ ਸਕੂਲਾਂ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਇਹਨਾਂ ਸਕੂਲਾਂ ਦੇ ਵਾਸਤੇ ਇਸ ਹਫ਼ਤੇ ਦੇ ਆਖਿਰ ਤੱਕ ਹੋਮ ਕੋਵਿਡ-19 ਟੈਸਟ ਕਿੱਟ ਉਪਲਬਧ ਹੋ ਜਾਣਗੀਆਂ। ਇਸ ਬਾਰੇ ਸਿਟੀ ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹਨਾਂ ਕਿੱਟ ਦੀ ਵਰਤੋਂ ਕਰਦਿਆਂ ਜਿਹੜੇ ਵਿਦਿਆਰਥੀਆਂ ਨੂੰ ਕੋਵਿਡ-19 ਦੇ ਸਿੰਪਟਮ ਆਏ ਹਨ, ਉਹ ਆਪਣਾ ਟੈਸਟ ਕਰ ਸਕਣਗੇ, ਜਾਂ ਫਿਰ ਉਹਨਾਂ ਦੀ ਕਲਾਸ ਦਾ ਕੋਈ ਬੱਚਾ ਜਾਂ ਫਿਰ ਸਟਾਫ ਮੈਂਬਰ ਕੋਰੋਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਇਹਨਾਂ PCR ਕਿਟਸ ਦੀ ਮਦਦ ਦੇ ਨਾਲ ਆਪਣਾ ਟੈਸਟ ਕੀਤਾ ਜਾ ਸਕੇਗਾ। ਇਹ ਟੈਸਟ ਸਲਾਈਵਾ ਦੇ ਜ਼ਰੀਏ ਕੀਤਾ ਜਾ ਸਕੇਗਾ, ਜਿਸ ਦੇ ਬਾਰੇ ਸਿਟੀ ਆਫੀਸ਼ੀਅਲਸ ਦੇ ਵੱਲੋਂ ਦੱਸਿਆ ਗਿਆ ਹੈ।
ਜਾਣਕਾਰੀ ਮੁਤਾਬਕ ਜਦੋਂ ਇਸ ਕਿੱਟ ਦੇ ਵਿੱਚ ਇੱਕ ਵਾਰ ਟੈਸਟ ਕਰ ਲਿਆ ਜਾਵੇਗਾ ਤਾਂ ਫਿਰ ਪਰਿਵਾਰਕ ਮੈਂਬਰ ਇਸ ਕੋਵਿਡ-19 ਦੇ ਟੈਸਟ ਨੂੰ ਲੋਕਲ ਪੌਪ-ਅਪ ਟੈਸਟਿੰਗ ਸਾਈਟ ਦੇ ਉੱਪਰ ਪਹੁੰਚਾ ਸਕਣਗੇ, ਜਿਸ ਤੋਂ ਬਾਅਦ ਇਸ ਦਾ 24 ਤੋਂ 48 ਘੰਟਿਆਂ ਦੌਰਾਨ ਟੈਸਟ ਆ ਜਾਵੇਗਾ। ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕਈ ਸਕੂਲਾਂ ਨੂੰ ਇਹ ਪਾਇਲਟ ਪ੍ਰੋਜੈਕਟ ਦੇ ਤਹਿਤ ਕਿਟਸ ਦਿੱਤੀਆਂ ਗਈਆਂ ਤੇ ਹੁਣ ਪੂਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਿਟਸ ਵੱਖ-ਵੱਖ ਸਕੂਲਾਂ ਦੇ ਵਿੱਚ ਦਿੱਤੀਆਂ ਜਾਣਗੀਆਂ। ਐਲਬਰਟਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 293 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਪ੍ਰੋਵਿੰਸ ਵੱਲੋਂ ਪਿਛਲੇ ਮਹੀਨੇ ਜੋ ਡਰਾਅ ਕੱਢੇ ਗਏ, ਉਸ ਦੇ ਤਹਿਤ ਪਹਿਲਾਂ ਹੀ 1000 ਤੋਂ ਵੱਧ ਇਨਵੀਟੇਸ਼ਨ ਦਿੱਤੇ ਗਏ ਹਨ। ਐਲਬਰਟਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਪ੍ਰੋਵਿੰਸ ਦੇ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਐਲਬਰਟਾ ਵੱਲੋਂ ਆਪਣਾ ਨਵਾਂ ਡਰਾਅ ਅਕਤੂਬਰ 12 ਨੂੰ ਕੱਢਿਆ ਗਿਆ, ਜਿਸ ਦੇ ਬਾਰੇ ਹੁਣ ਸੂਬੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਐਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ 293 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਦੱਸ ਦਈਏ ਕਿ ਇਸ ਡਰਾਅ ਦੇ ਵਿੱਚ ਇਨਵੀਟੇਸ਼ਨ ਹਾਸਲ ਕਰਨ ਦੇ ਵਾਸਤੇ ਉਮੀਦਵਾਰਾਂ ਦੇ ਕੋਲ ਘੱਟੋ-ਘੱਟ 300 ਸਕੋਰਸ ਹੋਣ ਦੀ ਜ਼ਰੂਰਤ ਸੀ। ਐਲਬਰਟਾ ਵੱਲੋਂ ਇਸ ਮਹੀਨੇ ਦਾ ਇਹ ਪਹਿਲਾ ਡਰਾਅ ਕੱਢਿਆ ਗਿਆ ਹੈ, ਜਿਸ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਝਾਕੀ। ਹੁਣ ਤੱਕ ਇਸ ਸਾਲ ਦੌਰਾਨ ਐਲਬਰਟਾ ਵੱਲੋਂ ਕਿੰਨੇ ਹੀ ਡਰਾਅ ਕੱਢੇ ਜਾ ਚੁੱਕੇ ਨੇ, ਜਿਸ ਦੇ ਤਹਿਤ ਕਈ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਪਿਛਲਾ ਮਹੀਨਾ ਐਲਬਰਟਾ ਦੇ ਵਿੱਚ ਪੀਐਨਪੀ ਡਰਾਅ ਦੇ ਵਾਸਤੇ ਕਾਫੀ ਸ਼ਾਨਦਾਰ ਰਿਹਾ, ਕਿਉਂਕਿ ਇਸ ਮਹੀਨੇ 1000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਪਿਛਲੇ ਮਹੀਨੇ ਪ੍ਰੋਵਿੰਸ ਵੱਲੋਂ ਜੋ ਡਰਾਅ ਕੱਢੇ ਗਏ, ਉਸ ਦੇ ਤਹਿਤ 1610 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਹੁਣ ਤੱਕ ਸੂਬੇ ਵੱਲੋਂ 5910 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਾਲ ਐਲਬਰਟਾ ਵੱਲੋਂ 6000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਜਾਣੇ ਹਨ, ਜਿਸ ਦਾ ਮਤਲਬ ਹੈ ਕਿ ਇਸ ਸਾਲ ਦੌਰਾਨ ਐਲਬਰਟਾ ਵੱਲੋਂ 6250 ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਕੈਨੇਡਾ ਦੇ ਕਈ ਪ੍ਰੋਵਿੰਸਸ ਦੇ ਵੱਲੋਂ ਲਗਾਤਾਰ ਪੀਐਨਪੀ ਡਰਾਅ ਕੱਢੇ ਜਾ ਰਹੇ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਸ ਸਾਲ ਦਾ ਟਾਰਗੇਟ ਤੈਅ ਕੀਤਾ ਗਿਆ, ਉਸ ਨੂੰ ਪੂਰਾ ਕਰਨ ਦੇ ਵਾਸਤੇ ਵਿਭਾਗ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਇਸ ਸਾਲ ਦਾ ਟਾਰਗੇਟ ਤੈਅ ਕੀਤਾ ਗਿਆ ਹੈ ਕਿ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਸ ਦੇ ਚੱਲਦਿਆਂ ਕਈ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਵੀ ਕੱਢੇ ਗਏ ਤੇ ਕੁਝ ਅਜਿਹੇ ਪ੍ਰੋਗਰਾਮ ਵੀ ਲਿਆਂਦੇ ਗਏ, ਜਿਸ ਦੇ ਤਹਿਤ ਵੱਧ ਉਮੀਦਵਾਰਾਂ ਨੂੰ ਪੱਕਾ ਕੀਤਾ ਜਾ ਸਕੇ। ਇਸੇ ਕੜੀ ਦੇ ਤਹਿਤ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਵੀ ਲਗਾਤਾਰ ਪੀਐਨਪੀ ਡਰਾਅ ਕੱਢੇ ਜਾ ਰਹੇ ਨੇ ਤੇ ਹੁਣ ਐਲਬਰਟਾ ਵੱਲੋਂ ਜੋ ਤਾਜ਼ਾ ਡਰਾਅ ਕੱਢਿਆ ਗਿਆ, ਉਸ ਦੇ ਵਿੱਚ 293 ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਹਨਾਂ ਪ੍ਰੋਵਿੰਸਸ ਦੇ ਵਿੱਚ ਕੀ ਕੋਰੋਨਾ ਵਾਇਰਸ ਦੇ ਹਾਲਾਤ ਬਣੇ ਹੋਏ ਨੇ, ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 269 ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਅੱਜ ਕੋਰੋਨਾ ਵਾਇਰਸ ਦੇ ਘੱਟ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪ੍ਰੋਵਿੰਸ ਦੇ ਵਿੱਚ ਕੁੱਲ 5,98,110 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਹੜੇ 24 ਘੰਟਿਆਂ ਦੌਰਾਨ ਮਾਮਲੇ ਦਰਜ ਕੀਤੇ ਗਏ। ਇਸ ਦੇ ਵਿੱਚ 142 ਅਨਵੈਕਸੀਨੇਟਡ, 11 ਪਾਰਸ਼ਲੀ ਵੈਕਸੀਨੇਟਡ ਅਤੇ 93 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਟੋਰਾਂਟੋ ਤੋਂ 39, ਪੀਲ ਰੀਜਨ ਤੋਂ 36, ਵਿੰਡਸਰ ਐਸੈਕਸ ਤੋਂ 27, ਨਾਇਗਰਾ ਰੀਜਨ ਤੋਂ 21, ਸਾਊਥ ਵੈਸਟਰਨ ਤੋਂ 19 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਹੁਣ ਤੱਕ ਕੁੱਲ 9,852 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਵੱਧ ਗਿਣਤੀ ਲੋਕਾਂ ਵੱਲੋਂ ਓਨਟਾਰੀਓ ਦੇ ਵਿੱਚ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ 84% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਅਤੇ 87.9% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਡੋਜ਼ ਹਾਸਲ ਕੀਤਾ ਗਿਆ ਹੈ। ਓਨਟਾਰੀਓ ਦੇ ਵਿੱਚ ਐਕਟਿਵ ਕੇਸਿਸ ਦੀ ਗਿਣਤੀ 3051 ਹੈ ਤੇ ਰਿਕਵਰਡ ਕੇਸਿਸ ਦਾ ਅੰਕੜਾ 5,85,207 ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 340 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 4 ਲੋਕਾਂ ਵੱਲੋਂ ਇਸ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ ਗਿਆ। ਪ੍ਰੋਵਿੰਸ ਦੇ ਵਿੱਚ ਹੁਣ ਤੱਕ ਕੁੱਲ 4,23,335 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,481 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਹਸਪਤਾਲ ਦੇ ਵਿੱਚ 259 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 66 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ 90% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 86% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 28,826 ਜਾਨਾਂ ਇਸ ਵਾਇਰਸ ਦੇ ਕਾਰਨ ਚਲੀਆਂ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 26,332 ਹੈ, ਜਿਨ੍ਹਾਂ ਵਿੱਚੋਂ 25,567 ਮਾਈਲਡ ਕੰਡੀਸ਼ਨ ਅਤੇ 765 ਸੀਰੀਅਸ ਕੰਡੀਸ਼ਨ ਦੇ ਵਿੱਚ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ
1.6 ਮਿਲੀਅਨ ਤੋਂ ਵੱਧ ਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਦੀ ਨਵੀਂ ਕੈਬਨਿਟ ਨੇ ਚੁੱਕੀ ਸਹੁੰ, ਹਰਜੀਤ ਸੱਜਣ ਦਾ ਬਦਲਿਆ ਵਿਭਾਗ। ਨਵੀਂ ਕੈਬਨਿਟ ਦੇ ਬਾਰੇ ਜਗਮੀਤ ਸਿੰਘ ਦੀ ਟਿੱਪਣੀ, O2 ਨੇ ਵੀ ਕੀਤੀ ਕੈਬਨਿਟ ਦੀ ਆਲੋਚਨਾ। ਏਅਰ ਕੈਨੇਡਾ ਨੇ ਚੁੱਕਿਆ ਵੱਡਾ ਕਦਮ, ਯਾਤਰੀਆਂ ਨੂੰ ਮਿਲੇਗੀ ਇਸ ਦੇ ਨਾਲ ਰਾਹਤ। ਗੁਰਦੁਆਰਾ ਸਾਹਿਬ ਦੇ ਰਸਤੇ ਤੇ ਲਿਖੀਆਂ ਨਫ਼ਰਤੀ ਟਿੱਪਣੀਆਂ, ਰਸਤੇ ਵਿੱਚ ਦਸਤਾਰ ਬਾਰੇ ਲਿਖੀਆਂ ਗਲਤ ਟਿੱਪਣੀਆਂ। ਕੈਨੇਡਾ ਦੀ ਪੁਲਿਸ ਨੇ ਕੀਤਾ ਪੰਜਾਬੀਆਂ ਦਾ ਸਨਮਾਨ, ਦਸਤਾਰ ਦੇ ਨਾਲ ਬਚਾਈ ਸੀ 2 ਜਾਣਿਆਂ ਦੀ ਜਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।